760 फिल्में हैं आपके करियर के ऊपर, और 760 फिल्में करने के बाद अब जब यहाँ बैठे हुए हैं तो आपने जो कुछ सीखा है वो अपने इस बुल्ले के अंदर डाला है? बुल्ला जी बिल्कुल, पहली गल तो है कि बुल्ला एक पंजाबी फिल्म है। हाँ तो जी। मुझे लगता है कि हमें पंजाबी में आहो इसको लेके सर, चलना ਅਸੀਂ चाहिए। ਅਸੀਂ ਜੱਚਨੇ ਵੀ ਆ ਪੰਜਾਬੀ ਚ। ਜ਼ਾਹਿਰ ਹੈ ਕਿਉਂਕਿ ਉਹ ਇੱਕ ਐਕਟਰ ਦੀ ਕੋਸ਼ਿਸ਼ ਹੈ ਹੁੰਦੀ ਕਿ ਜਿਹੜਾ ਵੀ ਕੰਮ ਕਰੇ ਉਹਦੀ ਡੈਪਥ ਤੱਕ ਜਾਏ। ਹਾਂ। ਤੇ ਮੈਂ ਜਦੋਂ ਬਾਹਰੋਂ ਆਇਆ ਅਮਰੀਕਾ ਤੋਂ, ਤੇ ਮੈਨੂੰ ਜਦੋਂ ਉਰਦੂ ਫਿਲਮਾਂ ਮਿਲੀਆਂ ਪਹਿਲੇ, ਤੇ ਉਹਦੇ ਬਾਅਦ ਜਦੋਂ ਪੰਜਾਬੀ ਦਾ ਇੱਕ ਦੌਰ ਸ਼ੁਰੂ ਹੋਇਆ ਤੇ ਮੈਨੂੰ ਫੀਲ ਹੋਇਆ ਕਿ ਰੋਮਾਂਟਿਕ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹਦੀ ਲਾਈਫ ਘੱਟ ਹੁੰਦੀ। ਠੀਕ ਹੈ। ਤੇ ਮੈਨੂੰ ਫੀਲ ਹੋਇਆ ਕਿ ਯਾਰ ਪੰਜਾਬੀ ਫਿਲਮ ਕਰਨੀ ਚਾਹੀਦੀ, ਜਿਹੜੀ ਐਕਸ਼ਨ ਫਿਲਮ ਜਿਹੜੀ ਮਾਸਸ 'ਤੇ ਜਾਏ, ਜਿਹੜੀ ਲੋਕਾਂ ਨੂੰ ਐਂਟਰਟੇਨਮੈਂਟ ਦੇ ਸਕੇ। ਤੇ ਫਿਰ ਮੈਂ ਉਹਦੇ 'ਤੇ ਬੜੀ ਮਿਹਨਤ ਕੀਤੀ। ਆਪਣੀ ਜ਼ਾਹਿਰ ਅਸੀਂ ਘਰ 'ਚ ਵੀ ਪੰਜਾਬੀ ਬੋਲਦੇ, ਉਰਦੂ ਵੀ ਬੋਲਦੇ, ਅੰਗਰੇਜ਼ੀ ਵੀ ਬੋਲਦੇ, ਲੇਕਿਨ ਪੰਜਾਬੀ 'ਚ ਜਿਹੜਾ ਐਕਸਪ੍ਰੈਸ਼ਨ ਦੇਣ ਦਾ ਮਜ਼ਾ ਆਉਂਦਾ ਜਿਵੇਂ ਕਹਿੰਦਾ ਨਾ ਖੁੱਲ੍ਹ ਕੇ ਗੱਲ ਹੁੰਦੀ ਆ। ਪੰਜਾਬੀ ਜਰਾ ਨਾ ਕਿ ਸੰਘਣੀ ਹੈ, ਵੱਜਦੀ ਹੈ ਜਰਾ। ਤੇ ਪੰਜਾਬੀ ਬੁੱਲਾ, ਵਾਈ ਬੁੱਲਾ, ਐਂਡ ਬੁੱਲਾ ਦਾ ਮਤਲਬ ਕੀ ਹੈ? ਕੀ ਬੁੱਲਾ ਕਰੇਗਾ ਕੀ? ਦੇਖੋ ਜੀ, ਮੇਰਾ ਜਦੋਂ ਸੂਟ ਪਾ ਕੇ ਜਦੋਂ ਮੈਂ ਸਕ੍ਰਿਪਟ ਪੜ੍ਹਿਆ ਤੇ ਮੈਨੂੰ ਬੜਾ ਅੱਛਾ ਲੱਗਾ ਸਕ੍ਰਿਪਟ, ਕਿਉਂਕਿ ਮੈਨੂੰ ਫੀਲ ਹੋਇਆ ਕਿ ਗੱਲ ਪੁਰਾਣੀ ਹੈ, ਗੱਲ ਹਿਕਮਤ ਦੀ ਹੈ, ਗੱਲ ਪੋਇਟਰੀ ਦੀ ਹੈ, ਗੱਲ ਸਿੱਧੇ ਰਸਤੇ 'ਤੇ ਲਿਆਉਣ ਦੀ ਹੈ। ਤੇ ਇਹਦਾ ਜਿਹੜਾ ਡਾਇਰੈਕਟਰ ਨੇ ਜਿਹੜੀ ਟਵਿਸਟ ਲਿਆ ਇਹਦਾ, ਉਹਨੇ ਇੱਕ ਐਕਸ਼ਨ ਦੇ ਉੱਤੇ ਲੈ ਕੇ ਆਇਆ। ਕਿਉਂਕਿ ਬੁੱਲਾ ਹਮੇਸ਼ਾ ਦਰਸ, ਲੋਕਾਂ ਨੂੰ ਸਮਝਾਉਣਾ, ਤਬਲੀਗ ਕਰਨੀ ਜਾਂ ਕੋਈ ਅੱਛੀ ਗੱਲ ਕਰਨੀ, ਉਹਦੇ ਉੱਤੇ ਅਸੀਂ ਬੁੱਲੇ ਨੂੰ ਕੈਦ ਕਰਕੇ ਰੱਖਿਆ ਸੀ। ਤੇ ਉਹ ਦੌਰ ਆਇਆ ਇੱਕ 2026, ਉਹ ਦੌਰ ਆ ਗਿਆ ਜਿੱਥੇ ਸਿਰਫ ਗੱਲ ਚੰਗੀ ਜਿਹੜੀ ਉਹ ਅਸਰ ਤਾਂ ਰੱਖਦੀ, ਲੇਕਿਨ ਉਹ ਹਾਫਜ਼ੇ 'ਚ ਰਹਿੰਦੀ, ਅਮਲ 'ਚ ਨਹੀਂ ਆਉਂਦੀ। ਤੇ ਮੈਨੂੰ ਲੱਗਾ ਕਿ ਡਾਇਰੈਕਟਰ ਨੇ ਇੱਕ ਐਸਾ ਅੱਛਾ ਉਹਦਾ ਆਈਡੀਆ ਕੱਢਿਆ ਕਿ ਉਹ ਚੰਗੀ ਗੱਲ ਜਿਹੜਾ ਮਨਵਾਉਣ ਵਾਲਾ ਹੈ, ਇੱਕ ਤੇ ਬੁੱਲਾ ਕਹਿਣ ਵਾਲਾ ਹੈ, ਇੱਕ ਬੁੱਲਾ ਚੰਗੀ ਗੱਲ ਮਨਵਾਉਣ ਵਾਲਾ ਹੈ। ਇਹ ਬਣਵਾਉਣ ਵਾਲਾ ਹੈ, ਇਹ ਮਨਵਾਉਣ ਵਾਲਾ ਸੋਟੇ ਦੇ ਨਾਲ। ਆ ਦੇਖੋ, ਹੁਣ ਤੁਸੀਂ ਫਿਲਮ ਵੇਖਣੀ ਤੁਹਾਨੂੰ ਪਤਾ ਲੱਗੇਗਾ ਕਿ ਉਹ ਇਹ ਕਹਿੰਦਾ ਕਿ ਜਿਹੜਾ ਵੀ ਸਿਸਟਮ ਹੈ, ਜਿਹੜਾ ਵੀ ਮਾਫੀਆ ਹੈ, ਮੈਂ ਉਹਦੇ ਅਗੇਂਸਟ ਹਾਂ। ਅੱਛਾ ਭਾਈ, ਤੁਸੀਂ ਇੰਨੀਆਂ ਪੰਜਾਬੀ ਫਿਲਮਾਂ ਕੀਤੀਆਂ, ਸ਼ਾਨਦਾਰ ਫਿਲਮਾਂ ਕੀਤੀਆਂ, ਕਈ ਕਰੈਕਟਰ ਬੜੇ ਲਿਵਿੰਗ ਕਰੈਕਟਰ ਨੇ, ਯਾਨੀ ਕਿ ਅੱਜ ਤੱਕ ਜ਼ਿੰਦਾ ਨੇ, ਲੇਕਿਨ ਉਹ ਪੰਜਾਬੀ ਫਿਲਮ ਤੇ ਇਹ ਪੰਜਾਬੀ ਫਿਲਮ ਕੀ ਫਰਕ ਨਜ਼ਰ ਆ ਰਿਹਾ? ਦੇਖੋ, ਗੱਲ ਇਹ ਹੁੰਦੀ ਕਿ ਜਦੋਂ ਟੈਕਨੋਲੋਜੀ ਚੇਂਜ ਹੁੰਦੀ ਨਾ, ਕਹਾਣੀਆਂ ਉਹਦੇ ਨਾਲ ਐਸਥੈਟਿਕ ਚੇਂਜ ਹੁੰਦੇ ਨੇ, ਲੇਕਿਨ ਬੇਸਿਕ ਕੋਡ ਜਿਹੜਾ ਹੈ ਕਹਾਣੀ ਦਾ ਹਮੇਸ਼ਾ ਉਹ ਸੇਮ ਹੀ ਰਹਿੰਦਾ। ਭਾਵੇਂ ਉਹ ਪਹਿਲੀ ਕਹਾਣੀ ਜਿਹਨੇ ਲਿਖੀ ਸੀ ਉਹ ਹੋਵੇ, ਭਾਵੇਂ ਜਿਹੜੀ ਆਖਰੀ ਕਹਾਣੀ ਲਿਖੀ ਜਾਏਗੀ, ਜੇ ਉਹਦੇ 'ਚ ਹਿਊਮਨ ਇਮੋਸ਼ਨ ਹੈਗਾ, ਜੇ ਉਹਦੇ 'ਚ ਰੋਣਾ ਹੈ, ਰੋਣਾ ਤੁਸੀਂ ਅੱਖ ਨਾਲ ਹੀ ਹੈ, ਭਾਵੇਂ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਕੰਨ ਨਾਲ नहीं रो सकते। से इसी तरह फिल्म के कुछ चीज़ें, बेसिक चीज़ें होती हैं जो आप उनके इंग्रेडिएंट लेके चलते हैं। तो मैंने ये फील होता है कि वो कभी भी चेंज नहीं हो सकता। एस्थेटिक चेंज होंदियां ने, गल करन दा तरीका चेंज होता है, टैक्नोलॉजी विच आ जाती है, कैमरा बेहतर हो जाता है, साउंड बेहतर हो जाती है, लेकिन तुसीं इहनूं जे पुराने तरीके ते वेखो तो अज भी फिल्मां 'च गाने तो होंदे ने, ਮੌਸੀਕੀ ਹੁੰਦੀ ਹੈ। ਜੇ ਤੁਸੀਂ ਇੰਨੀ ਰਿਐਲਿਟੀ ਕਰਨੀ ਤੇ ਫਿਰ ਉੱਥੇ ਸਜਿੰਦੇ ਵੀ ਨਾਲ ਚੱਲ ਰਹੇ ਹੋਣ, ਗਾ ਕੇ ਮੇਰੇ। ਸੋ ਫਿਲਮ ਦਾ ਇੱਕ ਆਪਣਾ ਫਲੇਵਰ ਹੈ। ਫਿਲਮ ਜਿਹੜੀ ਉਹ ਆਪਣੀ ਪਹਿਚਾਣ ਆਪ ਹੈ, ਇੱਕ ਜੌਨਰਾ ਹੈ ਜਿਹੜਾ ਤੁਹਾਨੂੰ ਕਹਿੰਦਾ ਕਿ ਜੇ ਤੁਸੀਂ ਆਉਣਾ ਹੈ ਮੇਰੇ ਵੱਲ ਤੇ ਤੁਸੀਂ ਇਹ ਜ਼ੇਨ ਬਣਾ ਕੇ ਆਉਣਾ ਹੈ ਕਿ ਇਹ ਲਾਰਜਰ ਦੈਨ ਲਾਈਫ ਹੋਏਗਾ, ਤੇ ਨਾਲੇ ਇਹਦੇ 'ਚ ਜੇ ਤੁਸੀਂ ਰਿਐਲਿਟੀ ਤੇ ਚੀਜ਼ਾਂ ਲੱਭੋਗੇ, ਉਹ ਫਿਲਮਾਂ ਵੀ ਹੁੰਦੀਆਂ ਨੇ, ਉਹ ਮੈਂ ਨਹੀਂ ਕਹਿ ਰਿਹਾ ਉਹ ਨਹੀਂ ਹੁੰਦੀਆਂ, ਲੇਕਿਨ ਮੈਂ ਕਮਰਸ਼ੀਅਲ ਸਿਨੇਮਾ ਦੀ ਗੱਲ ਕਰ ਰਿਹਾ। ਤੇ ਉਹ ਤੁਸੀਂ ਲਾਰਜਰ ਦੈਨ ਲਾਈਫ ਵੇਖਣ ਆਓਗੇ ਤੇ ਫਿਰ ਟਿਕਟ ਦਾ ਖਰਚਾ, ਜਿਵੇਂ कव्वा, बिल्ली, ਇਹ ਵੀ ਜਾਨਵਰ ਨੇ, ਲੇਕਿਨ ਚਿੜੀਆ ਘਰ 'ਚ ਨਹੀਂ ਹੋਣਗੇ, ਇਹ ਤੁਹਾਨੂੰ ਸੜਕ ਤੇ ਨਜ਼ਰ ਆਉਣਗੇ। ਚਿੜੀਆ ਵਾਟ ਐਨ ਐਗਜ਼ਾਮਪਲ, ਵਾਹ ਵਾਹ ਵਾਹ। ਤੇ ਤੁਸੀਂ ਜੇ ਹਾਥੀ ਵੇਖਣਾ ਜਾਂ ਸ਼ੇਰ ਵੇਖਣਾ, ਫਿਰ ਤੁਸੀਂ ਟਿਕਟ ਲੈਣੀ ਹੈ, ਘਰੋਂ ਨਿਕਲਣਾ ਹੈ, ਤੇ ਫਿਰ ਜਾ ਕੇ ਤੁਸੀਂ ਉਹ ਵੇਖਣਾ ਹੈ। तो द नॉवेल्टी फैक्टर, द वाव फैक्टर जो होता है एक आर्टिस्ट का, फिल्म आर्टिस्ट का, वो रहना चाहिए। अच्छा, वैसे मैं ये आपस की बात कर रहा हूँ, मैं टू बी फ्रैंक विद यू, मैं भाई हूँ, आपका लीवरेज ले रहा हूँ। वो ये कि मुझे ऐसा लगता है कि जो स्टार्स, टीवी स्टार्स स्क्रीन पे आते हैं ना, वो चार्म नहीं होता। एक जो स्टार टीवी पे आया ही नहीं और वो स्टार है उसका बड़ी स्क्रीन का, तो उसको देखने का एक चार्म और होता है, उसको देखने का, सुनने का चार्म और होता है। तो मुझे ऐसा लगता है, ये मेरी फीडबैक है इसके ऊपर। अच्छा, मैं स्टार स्टक भी हूँ ना इस वक्त, मैं कि छोटे भाई हैं मेरे, कश्मीरी साडा एक नाता है जो साडा ਹਮੇਸ਼ਾ ਅਸੀਂ ਮੁਹੱਬਤ ਹੈਗੀ ਸਾਡੀ, ਤੇ ਲੀਵਰੇਜ ਮੈਂ ਇਸ ਕਰਕੇ ਲੈ ਰਿਹਾ ਹਾਂ। अच्छा, मल्लेदार भी हो, नाल मल्लेदार भी है। अच्छा, एक चीज़ मैं सोच रहा था अभी ये सिनेमा को लेके, बुल्ला को लेके, एक फिल्म थी जिले शाह, यू रिमेंबर? जी जी बिल्कुल, मैंने बनाई थी। उसमें वो जो था वो सारा सीन मैंने इसके प्रोमो में देखा है, वो
वो इसमें एक बड़ा अच्छा एक हमारा बहुत पुराना एक वो है कॉल है कि मैं लजपाला दे लग इसका जवाब देने से पहले पहले ये बताएं कि जिले शाह के अंदर वो घुंघरू हाथ में क्यों बांधे थे और उसकी कहानी क्या? आपने मुझे वैसे जिम में तो बताई थी, यहाँ पर भी बताएं। तो वो था ये कि वो नफ़ी थी अपनी अपने आप की नफ़ी करनी, क्योंकि उस फिल्म में मैं एक सैयदजादा था। तो उसमें जब वो अपनी नफ़ी कर रहा है तो वो उसने कहा कि मैं उस जगह पे घुंघरू बांधूं जहाँ पे लोग चूमते हैं। तो इससे ज़्यादा नफ़ी वो अपनी कर नहीं सकता था अपने अपने होने की। तो हालांकि घुंघरू हमेशा पाँव में ही होते हैं। सो बड़ा अच्छा उसका एक फ्लेवर बना। ये मैंने देखा, एक मुझे फील हुआ कि ये एक ऐसी चीज़ है जो सूफीज़म में भी आती है और ये कनेक्टिविटी में भी आती है। और फिर भी जब भी हम जाते हैं हमारी जो एसेंस है, कोर है, देखें ना जितनी चीज़ें भी फिल्म 'ਚ ਹੁੰਦੀਆਂ ਨੇ ਉਹ ਆਡੀਅנס ਦੀ ਵੈਲਿਊਜ਼ ਦੇ ਨਾਲ ਮੈਚ ਹੋਣੀਆਂ ਚਾਹੀਦੀਆਂ। ਜੇ ਉਹ ਮੰਨਣ ਵਾਲਾ ਹੈ ਤੇ ਫਿਰ ਤੁਸੀਂ ਮੰਨੋਗੇ ਤੇ ਉਹ ਤੁਹਾਨੂੰ ਮੰਨੇਗਾ। ਤੇ ਲਿਹਾਜ਼ਾ ਤੁਸੀਂ ਜਿਹੜਾ ਕਨੈਕਸ਼ਨ ਆਪਣਾ ਸਕਰੀਨ ਤੇ ਦਿਖਾਉਂਦੇ ਹੋ ਕਿ मैं उसमें जो गाना है हाँ, छेती मैं- बोड़ी में तबीबा, हाँ, नहीं तो मैं मर गई नहीं, हूँ। तो वो सारा कनेक्शन जो है वो आप ऑडियंस के लिए डिलीवर कर रहे होते हैं। हाँ। प्लस आप अपना मैसेज कर रहे होते हैं, उसको एक तरीकाकार होता है करने का। सो मुझे लगता है कि ये बहुत देर बाद ये अपॉर्चुनिटी फिर आई। और इस सिनेमा में जो चीज़ मिसिंग है ना, जी चीज़ मैं हमेशा समझना कि फिल्म ਨੂੰ ਬਹੁਤ ਸਹਾਰਾ ਦਿੰਦੀ ਹੈ ਉਹ ਹੈਗੀ ਸਾਊਂਡ ਟਰੈਕ ਤੇ 뮤직। ਤੇ ਅਨਫੋਰਚੂਨੇਟਲੀ ਸਾਡੇ ਜਿਹੜੇ ਫਿਲਮਾਂ ਆਉਂਦੀਆਂ ਨੇ ਉਹਨਾਂ ਦਾ ਸਾਊਂਡ ਟਰੈਕ ਤੇ ਉਹ ਕਿਸੇ ਨੂੰ ਵੀ ਗਾਣੇ ਨਹੀਂ ਯਾਦ। ਤੇ ਹੁਣ ਜਿਹੜੇ ਕਿਤੇ ਜਾਓ ਤੇ ਉਹੀ ਤੁਹਾਨੂੰ ਗਾਣੇ ਜਿਹੜੇ ਪੰਜਾਬੀ ਦੇ ਮੇਰੇ ਨੂਰਜਹਾਂ ਦੇ ਨੇ ਉਹੀ ਗਾਣੇ ਦੁਬਾਰਾ ਤੁਹਾਨੂੰ ਸੁਣਨ ਨੂੰ ਮਿਲਦੇ ਨੇ। सो मेरा ख्याल है कि हम एज फिल्म मेकर्स हमें चाहिए कि हम कंसंट्रेट करें फिल्म के ऊपर और जो वो डिमांड करती है ना, मतलब वो मिसाल के तौर पे कि ਅੱਜ ਦੌਰ ਐਸਾ ਸ਼ੁਰੂ ਹੋ ਗਿਆ ਕਿ ਉਹ ਜਿਵੇਂ ਕ੍ਰਿਕਟ ਦੇ ਫਾਰਮੈਟ 'ਚ ਤੁਸੀਂ ਇੱਕ ਬੈਟਸਮੈਨ ਕੋਲੋਂ ਇਹ ਐਕਸਪੈਕਟ ਕਰਦੇ ਹੋ ਕਿ ਉਹ ਹਰ ਫਾਰਮੈਟ 'ਚ ਤੁਹਾਨੂੰ ਪਰਫਾਰਮੈਂਸ ਦੇਵੇ। ਤੇ ਮੈਨੂੰ ਲੱਗਦਾ ਕਿ ਉਹ ਐਸਾ ਹੁੰਦਾ ਨਹੀਂ। ਹਰ ਬੰਦੇ ਦੀ ਇੱਕ ਐਕਸਪਰਟੀਜ਼ ਹੁੰਦੀਆਂ ਨੇ। ਸੋ ਅਗਰ ਤੁਸੀਂ ਵੇਖੋ ਕਿ टीवी ड्रामा है वो वन डे है, फिल्म जी T20 है। सो उसका एक फॉर्मेट फ़र्क है। अच्छा भाईजान, आपने एक्शन मूवीज़ की हैं मोस्टली, जिसमें आप एक एंग्री यंग मैन है, एक्शन है, पंजाबी भी है तो क्लाशनकोव भी है, गुज्जर है तो वो बड़ा एंग्री है। लेकिन आपकी एक फिल्म थी वोटी लेके जानी है, वो तो एकदम चेंज था। और आप यकीन करेंगे वो मूवी मैंने कोई 5-6 बार देखी है, इवन घर में बैठ के भी देखी है। देखिए मतलब बात ये ना कि एक्टर का काम ये है कि वो अपने आप को वहाँ तक बदल सके कि वो आपको कन्विंस कर सके कि मैं ये एक्चुअली हूँ। सो मुझे जब एक एक्शन हीरो है, वो फिल्म एक एक्शन की मिसाल है, एक गैरत की मिसाल है या व्हाटएवर जो भी सब्जेक्ट है, और उसके बीच में एक ऐसा सब्जेक्ट आता है जिसमें आपने बिल्कुल रिवर्स जाना है। सो आई थिंक मुझे एज एन एक्टर बहुत मज़ा आता है इसमें। आई फील कि मुझे हर वो चीज़ जो मैं नहीं बना सकता हूँ, नया क्रिएट कर सकता हूँ। What you enjoy most, action, comedy or romance? I enjoy being on set.